Good morning, students. So now let us continue with the poem From Homecoming by R. Parthasarthi. I hope you have gathered something about the poem from my previous lecture, From Homecoming. So first of all, what is the meaning of homecoming? Homecoming means coming back to one's home. So whenever we go back to our homes, ਜਦੋਂ ਵੀ ਆਪਾਂ ਘਰ ਵਾਪਸ ਜਾਂਦੇ ਹਾਂ ਵੀ ਗੋ ਬੈਕ ਵਿਦ ਐਨ ਐਕਸਪੈਕਟੇਸ਼ਨ ਆਫ ਕੰਫਰਟ ਐਂਡ ਵਾਰਮਥ। ਸੋ ਜਦੋਂ ਵੀ ਅਸੀਂ ਵਾਪਸ ਘਰ ਜਾਂਦੇ ਹਾਂ ਤਾਂ ਸਾਡੇ ਮਨ 'ਚ ਇੱਕ ਉਮੀਦ ਦੇ ਨਾਲ ਜਾਂਦੇ ਹਾਂ ਬਿਕੋਜ਼ ਵੀ ਆਰ ਸ਼ੋਰ ਆਫ ਗੈਟਿੰਗ ਕੰਫਰਟ ਵੈਨ ਵੀ ਗੋ ਬੈਕ ਹੋਮ, ਵਾਰਮਥ, ਨਿੱਘ। ਸੋ ਇੱਥੇ ਵੀ ਸ਼ੁਰੂ ਵਿੱਚ ਕੀ ਹੈਗਾ ਕਿ ਸਿੰਪਲੀ ਇੱਕ ਉਹਨੇ ਦੱਸਿਆ ਹੈ ਕਿ ਇੱਕ ਪਰਸਨ ਜਿਹੜਾ ਹੈਗਾ ਉਹ ਆਪਣੇ ਘਰ ਵਾਪਸ ਜਾ ਰਿਹਾ। ਦੇਖੋ, I am no longer myself as I watch the evening blur the traffic to a pair of obese headlights. So he is a bit disturbed as he watches the day coming to an end and the evening ਜਿਹੜੀ ਸ਼ਾਮ ਹੋ ਰਹੀ ਹੈ that ਜਿਹੜੀ ਫੋਲਿੰਗ ਲਾਈਟ ਹੈ, ਫੋਲਿੰਗ ਲਾਈਟ ਮੀਨਸ ਜਿਹੜੀ ਕਿ ਰੋਸ਼ਨੀ ਘੱਟ ਹੋ ਰਹੀ ਹੈ ਦਿਨ ਦੀ, ਉਹ ਕੀ ਕਰ ਰਹੀ ਹੈ? ਇਟ ਇਜ਼ ਮੇਕਿੰਗ ਦ ਟ੍ਰੈਫਿਕ ਲੁੱਕ ਬਲਰਡ। ਬਲਰਡ ਮੀਨਸ ਨਾਟ ਵੈਰੀ ਕਲੀਅਰ। ਸੋ ਕਿਉਂਕਿ ਰੋਸ਼ਨੀ ਘੱਟ ਹੋ ਰਹੀ, ਸ਼ਾਮ ਪੈ ਰਹੀ ਹੈ, ਰੋਸ਼ਨੀ ਘੱਟ ਹੋ ਰਹੀ ਹੈ, ਸੋ ਜਿਹੜਾ ਟ੍ਰੈਫਿਕ ਹੈਗਾ ਉਹ ਇੰਨੀ ਹੁਣ ਕਲੀਅਰਲੀ ਨਹੀਂ ਦਿਖ ਰਿਹਾ। ਸੋ ਟ੍ਰੈਫਿਕ ਜਿਹੜੀਆਂ ਕਾਰਾਂ ਹੈਗੀਆਂ ਉਹਨਾਂ ਦੀ ਜਗ੍ਹਾ ਹੁਣ ਕੀ ਨਜ਼ਰ ਆਉਣ ਲੱਗ ਪਈਆਂ? ਉਹਨਾਂ ਦੀਆਂ ਹੈਡਲਾਈਟਸ। ਦੇਖੋ ਇਹਨੂੰ, as I watch the evening blur the traffic to a pair of obese headlights. Now pair means ਜੋੜਾ, ਕਲੀਅਰ। ਸੋ ਜਿੱਦਾਂ ਮੋਟਰ ਕਾਰਸ ਆ ਰਹੀਆਂ ਹੈਗੀਆਂ, ਸੋ ਉਹਨਾਂ ਦੀਆਂ ਹੁਣ ਪਹਿਲਾਂ the car was visible but now since the day is coming to an end now the headlights are visible। ਕਿ ਜਿਹੜੀਆਂ ਕਿ ਕਾਰ ਦੀਆਂ ਹੈਡਲਾਈਟਸ ਮੋਟੀਆਂ ਮੋਟੀਆਂ ਲੱਗਦੀਆਂ of a big size। ਸੋ ਉਹਨੂੰ ਹੁਣ ਉਹ ਕੀ ਦੇਖ ਰਿਹਾ ਕਿ the evening is fast changing the traffic into headlights only। ਸਿੰਪਲੀ ਇਹਦਾ ਮਤਲਬ ਕੀ ਹੈਗਾ ਕਿ ਹੁਣ ਪੂਰੀ ਕਾਰ ਨਹੀਂ ਦਿਖ ਰਹੀ, ਉਹਦੀ ਜਗ੍ਹਾ ਸਿਰਫ ਕੀ ਦਿਖ ਰਹੀਆਂ? ਹੈਡਲਾਈਟਸ ਦਿਖ ਰਹੀਆਂ। ਆਈ ਰਿਟਰਨ ਹੋਮ ਟਾਇਰਡ। ਸੋ ਹੁਣ ਉਹ ਥੱਕਿਆ ਹੋਇਆ ਘਰ ਵਾਪਸ ਆ ਰਿਹਾ। ਮਾਈ ਫੇਸ ਪ੍ਰੈਸਡ ਅਗੇਂਸਟ ਦ ਵਿੰਡੋ ਆਫ ਐਕਸਪੈਕਟੇਸ਼ਨ। ਔਰ ਉਹ ਕੀ ਹੈਗਾ ਹੁਣ? ਉਹ ਘਰ ਕਿਸ ਤਰ੍ਹਾਂ ਆ ਰਿਹਾ ਹੈਗਾ? ਹੀ ਇਜ਼ ਕਮਿੰਗ ਬੈਕ ਵਿਦ ਸਮ ਐਕਸਪੈਕਟੇਸ਼ਨ। ਜਿੱਦਾਂ ਤੁਸੀਂ ਉਮੀਦ ਨਾਲ ਘਰ ਜਾਂਦੇ ਹੋ, ਕਲੀਅਰ। ਕਿਹੜੀ ਉਮੀਦ ਨਾਲ? ਕਿ ਯੂ ਵਿਲ ਗੈਟ ਰੈਸਟ ਦੇਅਰ, ਯੂ ਵਿਲ ਗੈਟ ਕੰਫਰਟ ਦੇਅਰ ਐਂਡ ਯੂ ਵਿਲ ਗੈਟ ਵਾਰਮਥ ਦੇਅਰ। ਇਨ ਦ ਸੇਮ ਵੇ ਦਿਸ ਪਰਸਨ ਇਜ਼ ਆਲਸੋ ਕਮਿੰਗ ਬੈਕ ਟੂ ਹਿਜ਼ ਹੋਮ ਵਿਦ ਸਮ ਐਕਸਪੈਕਟੇਸ਼ਨ। ਆਈ ਕਲਾਈਮ ਦ ਸਟੈਪਸ ਟੂ ਮਾਈ ਫਲੈਟ। ਸੋ ਫਿਰ ਉਹ ਪੌੜੀਆਂ ਚੜ੍ਹਦਾ ਹੋਇਆ ਆਪਣੇ ਫਲੈਟ ਵੱਲ ਜਾਂਦਾ ਹੈਗਾ। ਸੋ ਆਈ ਕਲਾਈਮ ਦ ਸਟੈਪਸ ਟੂ ਮਾਈ ਫਲੈਟ ਓਨਲੀ ਟੂ ਟ੍ਰਿਪ ਓਵਰ ਦ ਮੈਟ ਆਊਟਸਾਈਡ ਦ ਡੋਰ। ਪਰ ਫਿਰ ਕੀ ਹੁੰਦਾ? ਇੱਕਦਮ ਉਹਦਾ ਜਿਹੜਾ ਪੈਰ ਹੈਗਾ ਉਹ ਕਿਹਦੇ 'ਚ ਫਸ ਜਾਂਦਾ? ਜਿਹੜਾ ਡੋਰ ਮੈਟ ਬਾਹਰ ਪਿਆ ਹੈ। ਓਨਲੀ ਟੂ ਟ੍ਰਿਪ ਓਵਰ ਦ ਮੈਟ ਆਊਟਸਾਈਡ ਦ ਡੋਰ। ਦ ਕੀ ਗੋਜ਼ ਟੂ ਸਲੀਪ ਇਨ ਮਾਈ ਪਾਮ। ਔਰ ਜਿਹੜੀ ਇੱਦਾਂ ਲੱਗਦਾ ਜਿਸ ਤਰ੍ਹਾਂ ਜਿਹੜੀ ਚਾਬੀ ਹੈਗੀ ਹੈ ਉਹ ਲੱਗ ਹੀ ਨਹੀਂ ਰਹੀ, ਐਜ਼ ਇਫ ਇਟ ਹੈਜ਼ ਬਿਕਮ ਇਨਇਫੈਕਟਿਵ। ਕਲੀਅਰ। ਇੱਦਾਂ ਲੱਗਦਾ ਜਿੱਦਾਂ ਸੌਂ ਗਈ ਹੈ। ਸੋ ਪਹਿਲਾਂ ਤਾਂ ਉਹਦਾ ਪੈਰ ਫਸਦਾ ਹੈ ਮੈਟ ਦੇ ਵਿੱਚ, ਫਿਰ ਉਸ ਤੋਂ ਬਾਅਦ ਉਹਨੂੰ ਕੀ ਲੱਗਦਾ ਜਿੱਦਾਂ ਕਿ ਚਾਬੀ ਵੀ ਸੌਂ ਹੀ ਗਈ ਹੈ, ਪਤਾ ਨਹੀਂ ਲੱਗਦੀ ਨਹੀਂ ਹੈ ਉਹਦੇ ਫਲੈਟ ਦੇ ਤਾਲੇ ਵਿੱਚ। ਆਈ ਫੀਅਰ ਆਈ ਹੈਵ ਬੰਗਲਡ ਅਗੇਨ। ਸੋ ਫਿਰ ਉਹਨੂੰ ਕੀ ਲੱਗਦਾ ਕਿ ਫਿਰ ਕੁਛ ਮੇਰੇ ਤੋਂ ਗੜਬੜ ਹੋਈ ਹੈ। ਆਈ ਫੀਅਰ ਆਈ ਹੈਵ ਬੰਗਲਡ ਅਗੇਨ। ਸੋ ਹੀ ਹੈਜ਼ ਡਨ ਬੈਡਲੀ, ਜਿੱਦਾਂ ਤੁਹਾਡੇ ਮੀਨਿੰਗਸ ਵਿੱਚ ਲਿਖਿਆ ਹੋਇਆ ਹੈ। ਸੋ ਕੁਛ ਗੜਬੜ ਹੋਈ ਹੈ। The last refinement of speech terrifies me. So when he looks at the language, Tamil language, ਤਾਂ ਉਹਨੂੰ ਕੀ ਲੱਗਦਾ ਕਿ ਜਿਹੜੀ ਭਾਸ਼ਾ ਦੇ ਵਿੱਚ ਚੇਂਜ ਹੈਗੀ ਹੈ ਇਹ ਉਹਨੂੰ ਡਰਾਉਂਦੀ ਹੈ। ਉਹਦੀ ਆਪਣੀ ਭਾਸ਼ਾ ਦੀ ਜਿਹੜੀ ਚੇਂਜ ਹੈ ਉਹਨੂੰ ਡਰਾਉਂਦੀ ਹੈ। The balloon of poetry has grown red in the face with repeated blowing. ਸੋ ਜਿਹੜੀ ਪੋਇਟਰੀ ਹੈ ਉਹਦੇ ਵਿੱਚ ਇੰਨੀ ਜ਼ਿਆਦਾ ਰੈਪੀਟੀਸ਼ਨ ਹੈ। ਸੋ ਇਟ ਇਜ਼ ਸਿੰਪਲੀ the balloon of poetry has grown red in the face with repeated blowing means ਜਿਸ ਤਰ੍ਹਾਂ ਇੱਕ ਬੈਲੂਨ ਨੂੰ ਅਸੀਂ ਜਦੋਂ ਬਾਰ-ਬਾਰ ਉਹਨੂੰ ਹੀ ਫੁਲਾਈ ਜਾਂਦੇ ਫਿਰ ਉਹ ਕੀ ਹੋ ਜਾਂਦਾ ਹੈ? ਪੁਰਾਣਾ ਜਿਹਾ ਹੋ ਜਾਂਦਾ ਹੈ, ਉਹ ਜਗ੍ਹਾ ਜਗ੍ਹਾ ਤੋਂ ਘਿਸ ਜਾਂਦਾ ਹੈ, ਘਸ ਜਾਂਦਾ, ਜਿਹਦੇ ਨਾਲ ਕਿ ਉਹ ਖਰਾਬ ਹੋ ਜਾਂਦਾ। ਇਸੇ ਤਰ੍ਹਾਂ ਦੇ ਨਾਲ
ਜਿਹੜੀ ਪੋਇਟਰੀ ਹੈ ਉਹਨੂੰ ਆਪਣੀ ਕੀ ਲੱਗਦੀ ਹੈ, ਆਪਣੀ ਜਿਹੜੀ ਉਹਨੂੰ ਆਪਣੀ ਭਾਸ਼ਾ ਦੀ, ਤਾਮਿਲ ਭਾਸ਼ਾ ਦੀ ਜਿਹੜੀ ਪੋਇਟਰੀ ਹੈ ਉਹਨੂੰ ਕੀ ਲੱਗਦੀ ਹੈ, ਜਿੱਦਾਂ ਕਿ ਉਹ ਬਦਸੂਰਤ ਹੋ ਗਈ ਹੈ। ਕਿਉਂ? ਕਿਉਂਕਿ ਸੇਮ ਵਰਡਸ, ਸੇਮ ਆਈਡੀਆਜ਼ ਹੀ ਬਾਰ-ਬਾਰ ਰਿਪੀਟ ਹੋ ਰਹੇ। ਦੈਟ ਇਜ਼ ਵਾਈ ਦ ਪੋਇਟਰੀ has lost its beauty. Okay, so the last refinement of speech terrifies me. The balloon of poetry has grown red in the face with repeated blowing. ਦੁਬਾਰਾ ਉਹੀ ਗੱਲਾਂ ਜਿਹਦੇ ਕਰਕੇ ਕਿ the poetry has lost its beauty. For scriptures I therefore recommend that humble newspaper. ਸੋਨੂੰ ਕੀ ਲੱਗਦਾ ਕਿ ਜੇ ਕਿਸੇ ਨੇ, if one wants to read good Tamil, then the newspaper is better. ਉਹਦਾ ਕਹਿਣ ਦਾ ਕੀ ਮਤਲਬ ਹੈ ਕਿ ਨਿਊਜ਼ਪੇਪਰ ਦੇ ਵਿੱਚ ਹਾਲੇ ਵੀ ਚੰਗੀ ਭਾਸ਼ਾ ਦੇਖਣ ਨੂੰ ਮਿਲਦੀ ਹੈ, ਪੋਇਟਰੀ ਦੇ ਵਿੱਚ ਚੰਗੀ ਭਾਸ਼ਾ ਨਹੀਂ ਮਿਲਦੀ। ਇਟ ਮੀਨਸ ਦ ਸਟੈਂਡਰਡ ਆਫ ਦ ਲੈਂਗੁਏਜ ਹੈਜ਼ ਫਾਲਨ। ਸੋ ਗਿਰ ਗਿਆ ਸਤਰ ਜਿਹੜਾ ਲੈਂਗੁਏਜ ਦਾ। ਕਹਿੰਦਾ ਨਿਊਜ਼ਪੇਪਰ ਦੇ ਵਿੱਚ ਫਿਰ ਵੀ ਕਦੀ ਚੰਗੀ ਭਲੀ ਭਾਸ਼ਾ ਮਾੜੀ ਮੋਟੀ ਮਿਲ ਜਾਂਦੀ ਹੈ, ਪਰ ਪੋਇਟਰੀ ਦੇ ਵਿੱਚ ਚੰਗੀ ਭਾਸ਼ਾ ਨਹੀਂ ਮਿਲਦੀ। ਆਈ ਫਾਈਂਡ ਮਾਈ ਪ੍ਰੇਅਰਸ ਓਕੇਜਨਲੀ ਆਨਸਰਡ ਦੇਅਰ। ਸੋ ਕਦੀ ਕਦਾਈ ਕਹਿੰਦਾ ਉੱਥੇ ਮੈਨੂੰ ਲੱਗਦਾ ਹੈ ਕਿ ਜਿਹੜੀ ਕੋਈ ਚੰਗੀ ਭਾਸ਼ਾ ਦੇਖਣ ਨੂੰ ਮਿਲ ਗਈ, ਪੜ੍ਹਨ ਨੂੰ ਮਿਲ ਗਈ ਵੈਨ ਆਈ ਰੀਡ ਦਾ ਨਿਊਜ਼ਪੇਪਰਸ। ਪਰ ਪੋਇਟਰੀ ਜਿਹੜੀ ਆ ਉਹ ਕੀ ਕਰਦੀ ਹੈ, ਮੈਨੂੰ ਬਹੁਤ ਹੀ ਡਿਸਅਪੋਇੰਟ ਕਰਦੀ ਹੈ। ਆਈ ਸ਼ੈਲ ਪਰਹੈਪਸ ਗੋ ਔਨ ਲਾਈਕ ਦਿਸ ਅਨਮਾਈਂਡਫੁਲ ਆਫ ਦ ਡੇ ਮੈਲਟਿੰਗ ਇਨ ਟੂ ਦ ਨਾਈਟ। ਸੋ ਕੀ ਕਹਿੰਦਾ ਕਿ ਮੈਂ ਸ਼ਾਇਦ ਇਸ ਤਰ੍ਹਾਂ ਹੀ ਚੱਲਦਾ ਰਹੂੰਗਾ। ਮਾਈ ਹਾਰਟ ਆਈ ਹੈਵ ਟਰਨਡ ਇਨਸਾਈਡ ਆਊਟ। ਹੀਅਰ ਆਫਟਰ ਆਈ ਸ਼ੁੱਡ ਬੀ ਕੰਟੈਂਟ ਆਈ ਥਿੰਕ ਟੂ ਗੋ ਥਰੂ ਲਾਈਫ ਵਿਦ ਅ ਸਮॉल ਚੇਂਜ ਆਫ ਅਨਸਰਟਨਟੀਜ਼। ਸੋ ਕੀ ਕਹਿੰਦਾ ਕਿ ਹੁਣ ਮੈਨੂੰ ਇੱਦਾਂ ਲੱਗਦਾ ਹੈ ਕਿ ਆਈ ਸ਼ੁੱਡ ਬੀ ਨਾਓ, ਆਈ ਸ਼ੁੱਡ ਨਾਟ ਹੈਵ ਐਨੀ ਐਕਸਪੈਕਟੇਸ਼ਨ ਦੈਟ ਦ ਥਿੰਗਸ ਵਿਲ ਰਿਮੇਨ ਦ ਸੇਮ। ਆਈ ਥਿੰਕ I have come to accept now that the change is the only permanent thing in life. So now we make an end and we'll continue with the discussion in the next lecture.